ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕੈਨੇਡਾ ਆਉਣ ਤੇ ਦਿਖਾਉਣਾ ਪਵੇਗਾ ਕਰੋਨਾ ਟੈਸਟ, 7 ਜਨਵਰੀ ਤੋਂ ਹੋਣਗੇ ਨਿਯਮ ਲਾਗੂ। ਨਵੇਂ ਸਾਲ ਮੌਕੇ ਪੁਲਿਸ ਅਫਸਰ ਦਾ ਕਤਲ, ਪੁਲਿਸ ਨੇ ਕੀਤਾ 2 ਨਾਬਾਲਗਾਂ ਨੂੰ ਚਾਰਜ। ਟਰੰਪ ਦਾ ਅਮਰੀਕਾ ਜਾਣ ਵਾਲਿਆਂ ਨੂੰ ਝਟਕਾ, ਵਰਕ ਵੀਜ਼ਾ ਤੇ ਟਰੰਪ ਨੇ ਲਾਈ ਪਾਬੰਦੀ। ਕੱਚਿਆਂ ਦੇ ਲਈ ਕੈਨੇਡਾ ਦੇ ਵਿੱਚ ਪੱਕੇ ਹੋਣ ਦਾ ਮੌਕਾ, ਹੁਣ ਵਧਾ ਸਕਦੇ ਹੋ ਰਹਿਣ ਦੀ ਮਿਆਦ। ਅਮਰੀਕਾ ਦੇ ਵਿੱਚ ਨਵਾਂ ਸਾਲ ਕਿਸਾਨਾਂ ਦੇ ਨਾਮ, ਇੱਥੇ ਗੋਰੇ ਵੀ ਆਏ ਕਿਸਾਨਾਂ ਦੇ ਹੱਕ ਦੇ ਵਿੱਚ। ਟਿਮ ਹਾਰਟਨ ਗ੍ਰਾਹਕਾਂ ਨੇ ਕੰਮ ਕਰਨ ਵਾਲੇ ਦੇ ਲਈ ਕੀਤਾ ਕੁਝ ਖਾਸ, ਹੁਣ ਫੰਡ ਜਮ੍ਹਾਂ ਕਰ ਉਸ ਨੂੰ ਭੇਜਣਗੇ ਸਕੂਲ। ਕੈਨੇਡਾ ਆਉਣ ਵਾਲੇ ਯਾਤਰੀਆਂ ਨੂੰ ਹੁਣ 에ਅਰਪੋਰਟ ਦੇ ਉੱਪਰ ਕੋਵਿਡ-19 ਦਾ ਨੈਗੇਟਿਵ ਟੈਸਟ ਦਿਖਾਉਣਾ ਪਏਗਾ। ਅਜਿਹਾ ਕਦਮ ਕਰੋਨਾ ਦੇ ਹਾਲਾਤਾਂ ਨੂੰ ਦੇਖਦਿਆਂ ਚੁੱਕਿਆ ਗਿਆ। ਜਿੱਥੇ ਫੈਡਰਲ ਸਰਕਾਰ ਨੇ ਜਾਣਕਾਰੀ ਦਿੱਤੀ ਹੈ, ਉਹਨਾਂ ਕਿਹਾ ਕਿ ਇਹ ਕਰੋਨਾ ਦਾ ਟੈਸਟ PCR ਟੈਸਟ ਹੋਣਾ ਚਾਹੀਦਾ ਹੈ। ਜੇਕਰ ਕਿਸੇ ਦੇਸ਼ ਦੇ ਵਿੱਚ PCR ਟੈਸਟ ਨਹੀਂ ਕੀਤਾ ਜਾਂਦਾ ਤੇ ਆਉਣ ਵਾਲੇ ਯਾਤਰੀ ਨੂੰ 14 ਦਿਨਾਂ ਦੇ ਲਈ ਕੁਆਰੰਟੀਨ ਕੀਤਾ ਜਾਏਗਾ। ਨਾਲ ਹੀ ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਵਿੱਚ ਕੋਵਿਡ-19 ਦੇ ਕਿੰਨੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਕੀ ਕੇਸਿਸ ਓਵਰਵਿਊ ਹੈ। ਪਰ ਨਾਲ ਹੀ ਤੁਹਾਨੂੰ ਇੱਕ ਖਾਸ ਗੱਲ ਦੱਸ ਦਈਏ ਕਿ ਇਹ ਜੋ ਨਵੀਂ ਸ਼ੁਰੂਆਤ ਕੀਤੀ ਜਾ ਰਹੀ ਹੈ ਕੈਨੇਡਾ ਦੇ ਵਿੱਚ, ਜਿਸ ਦੇ ਤਹਿਤ ਹੁਣ ਯਾਤਰੀਆਂ ਨੂੰ ਕਰੋਨਾ ਨੈਗੇਟਿਵ ਟੈਸਟ ਦਿਖਾਉਣਾ ਪਏਗਾ, ਇਸ ਦੀ ਸ਼ੁਰੂਆਤ 7 ਜਨਵਰੀ ਤੋਂ ਕੀਤੀ ਜਾ ਰਹੀ ਹੈ। ਕੈਨੇਡਾ ਆਉਣ ਵਾਲੇ ਸਾਰੇ ਯਾਤਰੀਆਂ ਦੇ ਲਈ ਆਪਣਾ ਕਰੋਨਾ ਨੈਗੇਟਿਵ ਟੈਸਟ 에ਅਰਪੋਰਟ ਤੇ ਦਿਖਾਉਣਾ ਲਾਜ਼ਮੀ ਹੋਵੇਗਾ। ਅਜਿਹਾ ਕਦਮ ਕਰੋਨਾ ਦੇ ਵੱਧ ਰਹੇ ਫੈਲਾਅ ਨੂੰ ਦੇਖਦਿਆਂ ਚੁੱਕਿਆ ਗਿਆ। ਫੈਡਰਲ ਸਰਕਾਰ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਦੀ ਸ਼ੁਰੂਆਤ ਜਨਵਰੀ 7 ਤੋਂ ਹੋਣ ਜਾ ਰਹੀ ਹੈ। ਇੱਕ ਕਰੋਨਾ ਟੈਸਟ PCR ਟੈਸਟ ਹੋਣਾ ਚਾਹੀਦਾ ਹੈ, ਜੋ ਆਉਣ ਤੋਂ 72 ਘੰਟੇ ਪਹਿਲਾਂ ਕਰਾਉਣਾ ਲਾਜ਼ਮੀ ਹੋਵੇਗਾ। ਜੇ PCR ਟੈਸਟ ਨਹੀਂ ਹੋਵੇਗਾ ਤਾਂ 14 ਦਿਨਾਂ ਦੇ ਲਈ ਕੁਆਰੰਟੀਨ ਕਰਨਾ ਪਵੇਗਾ। ਨਾਲ ਹੀ ਤੁਹਾਨੂੰ ਦੱਸਦੇ ਹਾਂ ਕੈਨੇਡਾ ਦੀ ਕੋਵਿਡ-19 ਅਪਡੇਟ। ਸਕਾਰਬਰੋ ਤੋਂ LTC ਹੋਮ ਦੇ ਵਿੱਚ 52 ਮੌਤਾਂ ਕਰੋਨਾ ਵਾਇਰਸ ਕਾਰਨ ਹੋਈਆਂ ਹਨ। ਓਨਟਾਰੀਓ ਵੱਲੋਂ ਆਪਣੀ ਕਰੋਨਾ ਅਪਡੇਟ ਨਹੀਂ ਜਾਰੀ ਕੀਤੀ ਗਈ। ਕਿਊਬੈਕ ਤੋਂ 2819 ਮਾਮਲੇ ਸਾਹਮਣੇ ਆਏ ਤੇ ਨਾਲ ਹੀ 62 ਲੋਕਾਂ ਦੀ ਇਸ ਵਾਇਰਸ ਕਾਰਨ ਜਾਨ ਵੀ ਗਈ ਹੈ। ਹੁਣ ਤੱਕ ਇੱਥੇ 2,02,641 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 8,226 ਮੌਤਾਂ ਵੀ ਦਰਜ ਕੀਤੀਆਂ ਜਾ ਚੁੱਕੀਆਂ ਨੇ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 1,175 ਹੈ, ਜਿਨ੍ਹਾਂ ਦੇ ਵਿੱਚੋਂ 165 ਇੰਟੈਂਸਿਵ ਕੇਅਰ ਅਧੀਨ ਹਨ। ਕੈਨੇਡਾ ਦੇ ਵਿੱਚ ਹੁਣ ਤੱਕ 5,83,000 ਦੇ ਕਰੀਬ ਕੁੱਲ ਮਾਮਲੇ ਸਾਹਮਣੇ ਆ ਚੁੱਕੇ ਹਨ। 15,606 ਮੌਤਾਂ ਦਰਜ ਕੀਤੀਆਂ ਜਾ ਚੁੱਕੀਆਂ ਨੇ। 4,90,000 ਦੇ ਕਰੀਬ ਇੱਥੇ ਰਿਕਵਰਡ ਕੇਸਿਸ ਹਨ। As you have already heard from my colleague Minister LeBlanc, Canada is continuing to take strong action to limit the spread of COVID-19 in our country. And to that end, we have implemented some of the strongest border measures in the world. Today, we want to reinforce a very simple but important message. We strongly advise against travel unless it is absolutely necessary. The federal government, and in fact no government in Canada, can prevent Canadians from traveling. But I want to be very clear. We strongly advise against all discretionary travel. And if you must travel, understand that upon your return to Canada, you must follow guidelines and quarantine for 14 days. It's not just the right thing to do. It's the law. And if you do not follow the requirements, it can result in significant consequences. Let me walk you through that process. First, before you board a flight home to Canada, the airlines are responsible for making sure that all passengers on board their aircraft are not exhibiting symptoms, nor have been exposed to anyone with COVID-19. Travelers who enter Canada by air, land, or marine modes, unless exempted, will also be required to submit information through ArriveCan or by calling the toll-free number during the quarantine or isolation period. When you arrive at the border, you'll be subject to strict screening and security measures. We have significantly increased the presence of CBSA officers at our international airports to ensure that travelers understand their quarantine obligations and to verify their travelers' quarantine plan. Our quarantine requirement is our strongest and most effective measure. It is among the strongest in the world. On the rare occasion that someone brings COVID-19 into Canada, when they are in quarantine, the virus stops there. It does not spread further into the community. And so no matter where you are coming from or where you enter Canada, you will be required to quarantine for 14 days. Your compliance with these requirements will be verified
regularly. And if needed, your case can be referred to law enforcement in cases of non-compliance. And let me be very clear. If you violate quarantine, you can face up to 6 months in jail or up to $750,000 in fine. ਨਵੇਂ ਸਾਲ ਦੀ ਸ਼ੁਰੂਆਤ ਅਮਰੀਕਾ ਦੇ ਵਿੱਚ ਕਿਸਾਨਾਂ ਦੇ ਨਾਮ ਦੇ ਨਾਲ ਕੀਤੀ ਗਈ ਹੈ। ਜੀ ਹਾਂ, ਇੱਥੇ ਸੈਨ ਫਰਾਂਸਿਸਕੋ ਦੇ ਵਿੱਚ ਭਾਰਤੀ ਦੂਤਘਰ ਦੇ ਬਾਹਰ ਮੋਮਬੱਤੀਆਂ ਜਗਾ ਕੇ ਤੇ ਨਾਲ ਹੀ ਵਾਹਿਗੁਰੂ ਦਾ ਨਾਮ ਲੈਂਦਿਆਂ ਜਾਣੀ ਕੀਰਤਨ ਕਰਦਿਆਂ ਸ਼ੁਰੂਆਤ ਕੀਤੀ ਗਈ ਹੈ। ਖਾਸ ਗੱਲ ਇਸ ਅੰਦੋਲਨ ਦੀ ਇਸ ਪ੍ਰੋਟੈਸਟ ਦੀ ਇਹ ਰਹੀ ਹੈ ਜੋ ਅਮਰੀਕਾ ਦੇ ਸੈਨ ਫਰਾਂਸਿਸਕੋ ਦੇ ਵਿੱਚ ਕੀਤਾ ਗਿਆ। ਇਸ ਦੇ ਵਿੱਚ ਪੰਜਾਬੀ ਭਾਈਚਾਰੇ ਦੇ ਨਾਲ ਸੰਬੰਧਿਤ ਲੋਕ ਹੀ ਨਹੀਂ ਬਲਕਿ ਜੋ ਗੋਰੇ ਨੇ ਜੋ ਅਮਰੀਕਨਸ ਨੇ ਉਹ ਵੀ ਹੱਕ ਦੇ ਵਿੱਚ ਬੋਲਦੇ ਨਜ਼ਰ ਆਏ, ਜਿਨ੍ਹਾਂ ਨੇ ਇਸ ਮੌਕੇ ਦੇ ਉੱਪਰ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਸਾਨ ਅਤੇ ਕਿਸਾਨੀ ਦੀ ਮਹੱਤਤਾ ਦੱਸੀ ਹੈ। ਬੇਸ਼ੱਕ ਕਿਸਾਨ ਅੰਦੋਲਨ ਦਾ ਜਨਮ ਭਾਰਤ ਦੀ ਧਰਤੀ ਦੇ ਉੱਪਰ ਹੋਇਆ, ਪਰ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਵੀ ਲਗਾਤਾਰ ਕਿਸਾਨਾਂ ਦੇ ਲਈ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਜਿੱਥੇ ਅੱਜ ਵੀ ਕਿਸਾਨ ਡਟੇ ਹੋਏ ਹਨ ਦਿੱਲੀ ਦੀਆਂ ਬਰੂਹਾਂ ਤੇ ਆਪਣੀਆਂ ਮੰਗਾਂ ਨੂੰ ਲੈ ਕੇ, ਵਿਦੇਸ਼ਾਂ ਦੇ ਵਿੱਚ ਵੀ ਕਿਸਾਨੀ ਤੇ ਕਿਸਾਨਾਂ ਦੇ ਲਈ ਆਵਾਜ਼ ਲਗਾਤਾਰ ਚੁੱਕੀ ਜਾ ਰਹੀ ਹੈ। ਸੈਨ ਫਰਾਂਸਿਸਕੋ ਦੇ ਵਿੱਚ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਭਾਰਤੀ ਦੂਤਘਰ ਅੱਗੇ ਪ੍ਰੋਟੈਸਟ ਕੀਤਾ ਗਿਆ। ਨਵੇਂ ਸਾਲ ਦੀ ਸ਼ੁਰੂਆਤ ਇੱਥੇ ਮੋਮਬੱਤੀਆਂ ਜਗਾ ਕੇ ਤੇ ਕੀਰਤਨ ਕਰਦਿਆਂ ਕੀਤੀ ਗਈ। ਖਾਸ ਗੱਲ ਇਸ ਅੰਦੋਲਨ ਦੀ ਇਹ ਸੀ ਕਿ ਇਸ ਦੇ ਵਿੱਚ ਗੈਰ ਪੰਜਾਬੀ ਵੀ ਸ਼ਾਮਿਲ ਹੋਏ, ਜਿਨ੍ਹਾਂ ਖੇਤੀ ਅਤੇ ਕਿਸਾਨੀ ਦੀ ਮਹੱਤਤਾ ਦੱਸਦਿਆਂ ਅੰਦੋਲਨ ਦੇ ਬਾਰੇ ਵਿੱਚ ਆਪਣਾ ਪੱਖ ਰੱਖਿਆ। Their country's alive, right? No farmers, no food, right? And so I'm here with you, and we have some of the same struggles. You know, a lot of my people have been locked up. My parents have been brutalized by this government. I have friends who were hurt, you know, killed by the police, and you know, so I'm here, happy to be here alongside you, healing and just continuing the struggle. And I will always be here, and I cannot wait when we win, because we will. Hi, I'm Vince. I am one of the many people here in the Bay Area who are standing in opposition to the United States government and corporate interests who are responsible for policies like the Farmers Bill in India, where the United States and its corporate backers are the only ones who win from this. The farmers lose, you and I lose, and all working peoples of the world lose. And we're standing here in solidarity with your struggle, and we'll be here as long as you are. ਟਿਮ ਹਾਰਟਨ ਦੇ ਗ੍ਰਾਹਕਾਂ ਵੱਲੋਂ ਆਪਣੇ ਪਸੰਦੀਦਾ ਇੱਥੇ ਕੰਮ ਕਰਨ ਵਾਲੇ ਦੇ ਲਈ ਕੁਝ ਖਾਸ ਕੀਤਾ ਗਿਆ। ਦਰਅਸਲ ਇਸ ਦੀ ਜੋ ਇੱਥੇ ਕੰਮ ਕਰਨ ਵਾਲਾ EMPLOYEE ਹੈ ਪੜ੍ਹਾਈ ਛੁੱਟ ਗਈ ਸੀ ਕਿਉਂਕਿ ਉਸਨੂੰ ਪੈਸੇ ਦੀ ਕਮੀ ਸੀ। ਪੈਸੇ ਦੀ ਦਿੱਕਤ ਦੇ ਚੱਲਦਿਆਂ ਉਹ ਅੱਗੇ ਆਪਣੀ ਪੜ੍ਹਾਈ ਨੂੰ ਜਾਰੀ ਨਹੀਂ ਰੱਖ ਸਕਿਆ। ਪਰ ਜਦੋਂ ਗ੍ਰਾਹਕਾਂ ਨੂੰ ਇਹ ਪਤਾ ਲੱਗਿਆ ਉਸਦੀ ਕਹਾਣੀ ਦੇ ਬਾਰੇ ਤੇ ਉਹਨਾਂ ਨੇ ਫੈਸਲਾ ਕੀਤਾ, ਫੰਡ ਇਕੱਠਾ ਕਰਨਾ ਸ਼ੁਰੂ ਕੀਤਾ ਤਾਂ ਕਿ ਜੋ ਇਸ ਦੀ ਪੜ੍ਹਾਈ ਰੁਕ ਗਈ ਹੈ ਉਸਨੂੰ ਅੱਗੇ ਫਿਰ ਤੋਂ ਚਲਾਇਆ ਜਾਵੇ। ਵੌਨ ਓਨਟਾਰੀਓ ਕਾਫੀ ਸ਼ਾਪ ਦੇ ਗ੍ਰਾਹਕ ਇੱਥੇ ਆਪਣੇ ਪਸੰਦੀਦਾ ਕੰਮ ਕਰਨ ਵਾਲੇ ਦੇ ਲਈ ਕਰਨਗੇ ਕੁਝ ਖਾਸ। ਜੀ ਹਾਂ, ਫੰਡ ਇਕੱਠਾ ਕਰਕੇ ਇਸ ਨੂੰ ਸਕੂਲ ਭੇਜਿਆ ਜਾਵੇਗਾ ਤਾਂ ਕਿ ਉਹ ਆਪਣੀ ਪੜ੍ਹਾਈ ਨੂੰ ਜਾਰੀ ਰੱਖ ਸਕੇ। ਇਸ EMPLOYEE ਦਾ ਨਾਮ ਵਿਸ਼ਨੂੰ ਗੋਪਾਲਸੋ ਥਿਲਿੰਗਨ ਹੈ, ਜੋ ਡਰਾਈਵ ਥਰੂ ਦੇ ਵਿੱਚ ਕਸਟਮਰਸ ਨੂੰ ਬੜੇ ਹੀ ਜੋਸ਼ੀਲੇ ਅੰਦਾਜ਼ ਦੇ ਨਾਲ ਮਿਲਦਾ ਅਤੇ ਉਹਨਾਂ ਦਾ ਦਿਨ ਸ਼ਾਨਦਾਰ ਬਣਾਉਂਦਾ। ਇਹ ਗੱਲ ਖੁਦ ਕਸਟਮਰਸ ਦੇ ਵੱਲੋਂ ਕਹੀ ਗਈ ਹੈ। ਵਿਸ਼ਨੂੰ ਯਾਰਕ ਯੂਨੀਵਰਸਿਟੀ ਦੇ ਵਿੱਚ IT ਦੀ ਪੜ੍ਹਾਈ ਕਰਦਾ ਸੀ, ਪਰ ਪੈਸੇ ਦੀ ਕਮੀ ਦੇ ਚੱਲਦਿਆਂ ਉਸਨੂੰ ਆਪਣੀ ਪੜ੍ਹਾਈ ਵਿੱਚ ਛੱਡਣੀ ਪਈ। ਜਦੋਂ ਉਸਦੇ ਕੋਲੋਂ ਡਰਾਈਵ ਥਰੂ ਜ਼ਰੀਏ ਕੌਫੀ ਲੈਣ ਵਾਲਿਆਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਗੋ ਫੰਡ ਮੀ ਕੈਂਪੇਨ ਸ਼ੁਰੂ ਕੀਤਾ, ਜਿਸ ਨੂੰ ਨਾਮ ਦਿੱਤਾ ਵਿਸ਼ਨੂੰ ਦ ਟਿਮ ਹਾਰਟਨਸ ਹੈਪੀ ਫਿਸਟ ਬੰਪਰ। ਜਿਨ੍ਹਾਂ ਹਾਲਾਤਾਂ ਦੇ ਵਿੱਚ ਵਿਸ਼ਨੂੰ ਸੀ ਉਹਨਾਂ ਹਾਲਾਤਾਂ ਦੇ ਵਿੱਚ ਉਸਨੂੰ ਹਮੇਸ਼ਾ ਇੱਕ ਆਸ ਸੀ ਕਿ ਉਸਨੂੰ ਅੱਗੇ ਪੜ੍ਹਨ ਦਾ ਮੌਕਾ ਜ਼ਰੂਰ ਮਿਲੇਗਾ। ਗੋ ਫੰਡ ਸਾਈਟ ਦੇ ਉੱਪਰ ਉਸਦੇ ਬਾਰੇ ਦੇ ਵਿੱਚ ਕੁਝ ਖਾਸ ਲਿਖਿਆ ਗਿਆ ਹੈ। ਲਿਖਿਆ ਗਿਆ ਹੈ ਕਿ ਉਹ ਟਿਮ ਹਾਰਟਨ ਦੇ ਵਿੱਚ ਕੰਮ ਕਰਨ ਵਾਲੇ ਨਾਲੋਂ ਵੱਧ ਕੇ ਇੱਕ ਚੰਗਾ ਹਿਊਮਨ ਬੀਇੰਗ ਜਾਣੀ ਕਿ ਇਨਸਾਨ ਹੈ। ਹੁਣ ਤੱਕ ਕੈਂਪੇਨ ਦੇ ਜ਼ਰੀਏ $9,300 ਜੁੜ ਚੁੱਕੇ ਹਨ। ਟੀਚਾ $10,000 ਦਾ ਹੈ। 200 ਲੋਕ ਹੁਣ ਤੱਕ ਡੋਨੇਟ ਕਰ ਚੁੱਕੇ ਹਨ। ਵਿਸ਼ਨੂੰ ਵੱਲੋਂ ਇਸ ਮੌਕੇ ਦੇ ਉੱਪਰ ਸਭ ਦਾ ਧੰਨਵਾਦ ਵੀ ਕੀਤਾ ਗਿਆ। ਮੈਨੀਟੋਬਾ ਦੇ ਵਿੱਚ ਨਵੇਂ ਡਰਾਅ ਦਾ ਐਲਾਨ ਕੀਤਾ ਗਿਆ ਜਿਸ ਦੇ ਤਹਿਤ 188 ਨੂੰ ਸੱਦਾ ਦਿੱਤਾ ਗਿਆ। ਨਾਲ ਹੀ ਜਾਣਕਾਰੀ ਦੇ ਦਈਏ ਕਿ PNP ਡਰਾਅ ਦੇ ਵਾਸਤੇ 2020 ਦਾ ਵਰ੍ਹਾ ਕਾਫੀ ਜ਼ਿਆਦਾ ਸ਼ਾਨਦਾਰ ਰਿਹਾ ਹੈ ਕਿਉਂਕਿ ਇਸ ਦੇ ਵਿੱਚ ਕਾਫੀ ਜ਼ਿਆਦਾ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ। ਨਾਲ ਹੀ ਕੁਝ ਦਿਨ ਪਹਿਲਾਂ ਵੀ ਅਸੀਂ ਤੁਹਾਡੇ ਨਾਲ ਇਸ ਖਬਰ ਦੀ ਸਾਂਝ ਪਾਈ ਸੀ ਕਿ ਇਹ ਜਾਣਕਾਰੀ ਹਾਸਲ ਹੋਈ ਹੈ ਕਿ ਐਕਸਪ੍ਰੈਸ ਐਂਟਰੀ ਦੇ ਵਾਸਤੇ ਵੀ 2020 ਦਾ ਵਰ੍ਹਾ ਕਾਫੀ ਸ਼ਾਨਦਾਰ ਰਿਹਾ ਕਿਉਂਕਿ ਇਸ ਦੇ ਤਹਿਤ ਕਾਫੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਸੱਦਾ ਦਿੱਤਾ ਗਿਆ।
ਮੈਨੀਟੋਬਾ ਵੱਲੋਂ ਨਵੇਂ ਡਰਾਅ ਦਾ ਐਲਾਨ ਕੀਤਾ ਗਿਆ। ਇਸ ਨਵੇਂ PNP ਡਰਾਅ ਤਹਿਤ 188 ਨੂੰ ਸੱਦਾ ਮਿਲਿਆ। ਇਹ ਡਰਾਅ 2020 ਦਾ ਆਖਰੀ PNP ਡਰਾਅ ਸੀ, ਜਿਸ ਦਾ ਐਲਾਨ ਦਸੰਬਰ 30 ਨੂੰ ਕੀਤਾ ਗਿਆ। ਇਸ ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਲਈ 3 ਕੈਟੇਗਰੀਜ਼ ਦੇ ਤਹਿਤ ਅਪਲਾਈ ਕੀਤਾ ਜਾ ਸਕਦਾ ਹੈ। ਇਹ 3 ਕੈਟੇਗਰੀਜ਼ ਹਨ: ਸਕਿਲਡ ਵਰਕਰਸ ਇਨ ਮੈਨੀਟੋਬਾ, ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ ਅਤੇ ਸਕਿਲਡ ਵਰਕਰਸ ਓਵਰਸੀਜ਼। ਜੋ 188 LAA ਇਸ਼ੂ ਕੀਤੇ ਗਏ ਹਨ, ਉਹਨਾਂ ਦੇ ਵਿੱਚੋਂ 13 ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਮਿਲੇ ਨੇ। ਜਿਸ ਕਿਸੇ ਵੀ ਉਮੀਦਵਾਰ ਕੋਲ ਵੈਲਿਡ ਐਕਸਪ੍ਰੈਸ ਐਂਟਰੀ ID ਨਹੀਂ ਹੋਵੇ, ਉਸ ਨੂੰ ਰਿਫਿਊਜ਼ ਕੀਤਾ ਜਾ ਸਕਦਾ ਹੈ। PNP ਡਰਾਅ ਦੇ ਲਈ ਸਾਲ 2020 ਕਾਫੀ ਵੱਡਾ ਅਤੇ ਸ਼ਾਨਦਾਰ ਰਿਹਾ। ਕੋਰੋਨਾ ਵਾਇਰਸ ਦੇ ਚੱਲਦਿਆਂ ਵੀ ਵੱਡੀ ਗਿਣਤੀ ਦੇ ਵਿੱਚ ਉਮੀਦਵਾਰਾਂ ਨੂੰ ਇਸ ਦੇ ਤਹਿਤ ਸੱਦਾ ਦਿੱਤਾ ਗਿਆ। ਦੱਸ ਦਈਏ ਕਿ PNP ਦੀ ਸ਼ੁਰੂਆਤ 1988 ਦੇ ਵਿੱਚ ਕੀਤੀ ਗਈ ਸੀ ਅਤੇ 2020 ਦੇ ਵਿੱਚ ਜ਼ਿਆਦਾ ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਹੈ। ਹਾਲ ਹੀ ਦੇ ਵਿੱਚ ਜਾਣਕਾਰੀ ਸਾਹਮਣੇ ਆਈ ਸੀ ਕਿ ਐਕਸਪ੍ਰੈਸ ਐਂਟਰੀ ਦੇ ਲਈ ਵੀ 2020 ਕਾਫੀ ਸ਼ਾਨਦਾਰ ਰਿਹਾ, ਕਿਉਂਕਿ ਇਸ ਸਾਲ ਦੇ ਵਿੱਚ ਕਾਫੀ ਜ਼ਿਆਦਾ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ। ਇਸ ਦਾ ਕਾਰਨ ਇੱਕ ਇਹ ਵੀ ਮੰਨਿਆ ਗਿਆ ਜੋ ਕੈਨੇਡਾ ਦੇ ਵਿੱਚ ਨਵੇਂ ਇਮੀਗ੍ਰੇਸ਼ਨ ਲੈਵਲਸ ਪਲਾਨ ਦਾ ਐਲਾਨ ਕੀਤਾ ਗਿਆ, ਜਿਸ ਤਹਿਤ ਟੀਚਾ ਰੱਖਿਆ ਗਿਆ ਹੈ ਕਿ ਕੈਨੇਡਾ ਅੰਦਰ ਸਾਲਾਨਾ 4 ਲੱਖ ਤੋਂ ਜ਼ਿਆਦਾ ਲੋਕਾਂ ਦਾ ਸਵਾਗਤ ਕੀਤਾ ਜਾਵੇਗਾ। WHO ਵੱਲੋਂ ਕੋਵਿਡ-19 ਵੈਕਸੀਨ ਦੇ ਬਾਰੇ ਵਿੱਚ ਇੱਕ ਖੁਸ਼ਖਬਰੀ ਸਾਂਝੀ ਕੀਤੀ ਗਈ ਹੈ। ਉਹਨਾਂ ਵੱਲੋਂ ਫਾਈਜ਼ਰ ਟੀਕੇ ਨੂੰ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ ਹੈ। ਜੀ ਹਾਂ, WHO ਤੋਂ ਹਰੀ ਝੰਡੀ ਇਸ ਨੂੰ ਮਿਲ ਗਈ ਹੈ। ਪਹਿਲਾਂ ਇਸ ਨੂੰ ਰਿਵਿਊ ਕੀਤਾ ਗਿਆ, ਉਸ ਤੋਂ ਬਾਅਦ ਸਾਰਾ ਕੁਝ ਜਾਂਚਣ ਤੇ ਪਰਖਣ ਤੋਂ ਬਾਅਦ ਇਸ ਨਤੀਜੇ ਦੇ ਉੱਪਰ ਵਿਸ਼ਵ ਸਿਹਤ ਸੰਗਠਨ ਪਹੁੰਚਿਆ ਕਿ ਇਸ ਦਾ ਐਮਰਜੈਂਸੀ ਇਸਤੇਮਾਲ ਕੀਤਾ ਜਾ ਸਕਦਾ ਹੈ। ਕੋਰੋਨਾ ਵਾਇਰਸ ਦੇ ਬਾਰੇ ਵਿੱਚ WHO ਵੱਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਉਹਨਾਂ ਫਾਈਜ਼ਰ ਦੀ ਐਮਰਜੈਂਸੀ ਵਰਤੋਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਪਹਿਲਾਂ ਇਹ ਉਮੀਦ ਕੀਤੀ ਜਾ ਰਹੀ ਸੀ ਕਿ WHO ਚੀਨ ਦੀ ਵੈਕਸੀਨ ਨੂੰ ਮਨਜ਼ੂਰੀ ਦੇ ਸਕਦਾ ਹੈ। ਸਭ ਤੋਂ ਪਹਿਲਾਂ ਬ੍ਰਿਟੇਨ ਨੇ ਫਾਈਜ਼ਰ ਟੀਕੇ ਨੂੰ ਮਨਜ਼ੂਰੀ ਦਿੱਤੀ ਸੀ। ਇਸ ਤੋਂ ਬਾਅਦ ਉੱਥੇ ਵੈਕਸੀਨੇਸ਼ਨ ਦੀ ਸ਼ੁਰੂਆਤ ਹੋਈ। ਬ੍ਰਿਟੇਨ ਤੋਂ ਬਾਅਦ ਅਮਰੀਕਾ, ਕੈਨੇਡਾ ਅਤੇ ਕਈ ਹੋਰ ਦੇਸ਼ਾਂ ਨੇ ਵੀ ਫਾਈਜ਼ਰ ਟੀਕੇ ਦੀ ਵਰਤੋਂ ਨੂੰ ਆਗਿਆ ਯਾਨੀ ਕਿ ਇਜਾਜ਼ਤ ਦੇ ਦਿੱਤੀ ਸੀ। ਦੱਸ ਦਈਏ ਕਿ ਇਸ ਸਮੇਂ ਫਾਈਜ਼ਰ ਤੇ ਮੋਡਰਨਾ ਅਜਿਹੇ 2 ਟੀਕੇ ਹਨ ਜਿਨ੍ਹਾਂ ਨੂੰ ਪਹਿਲਾਂ ਮਨਜ਼ੂਰੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਵੈਕਸੀਨੇਸ਼ਨ ਦੀ ਸ਼ੁਰੂਆਤ ਹੋਈ। ਹੁਣ ਬਹੁਤ ਸਾਰੇ ਅਜਿਹੇ ਦੇਸ਼ ਹਨ ਜਿਨ੍ਹਾਂ ਵੱਲੋਂ ਟੀਕਾਕਰਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਜਿਸ ਦੇ ਤਹਿਤ ਸਭ ਤੋਂ ਪਹਿਲਾਂ ਹੈਲਥ ਕੇਅਰ ਵਰਕਰਸ ਨੂੰ ਯਾਨੀ ਕਿ ਫਰੰਟ ਲਾਈਨ ਵਾਰੀਅਰਸ ਨੂੰ ਇਹ ਟੀਕਾ ਲਗਾਇਆ ਜਾ ਰਿਹਾ ਹੈ। ਅਮਰੀਕਾ ਦੇ ਵਿੱਚ ਤਾਂ ਬਹੁਤ ਸਾਰੇ ਸਿਹਤ ਕਾਮਿਆਂ ਨੂੰ ਇਹ ਟੀਕਾ ਲਗਾਇਆ ਜਾ ਚੁੱਕਿਆ ਹੈ। ਜ਼ਿਕਰਯੋਗ ਹੈ ਕਿ WHO ਨੇ ਪੂਰੀ ਜਾਂਚ ਤੋਂ ਬਾਅਦ ਹੀ ਫਾਈਜ਼ਰ ਟੀਕੇ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦਿੱਤੀ ਹੈ। ਸੰਸਥਾ ਨੇ ਦੁਨੀਆ ਭਰ ਦੇ ਮਾਹਿਰਾਂ ਵੱਲੋਂ ਫਾਈਜ਼ਰ ਟੀਕੇ ਦੀ ਸੁਰੱਖਿਆ, ਇਸ ਦੀ ਗੁਣਵੱਤਾ ਵਾਲੇ ਅੰਕੜਿਆਂ ਦੀ ਸਮੀਖਿਆ ਕੀਤੀ, ਜਾਣੀ ਕਿ ਇਹਨਾਂ ਨੂੰ ਰਿਵਿਊ ਕੀਤਾ। ਉਸ ਤੋਂ ਬਾਅਦ ਹੀ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ। ਕਿਊਬੈਕ ਵੱਲੋਂ ਆਪਣੀ ਇਮੀਗ੍ਰੇਸ਼ਨ ਫੀਸ ਦੇ ਵਿੱਚ ਵਾਧਾ ਕੀਤਾ ਗਿਆ ਹੈ। ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਸ ਦੇ ਲਈ ਕਿੰਨੀ ਫੀਸ ਵਧਾਈ ਗਈ ਹੈ। ਦੱਸ ਦਈਏ ਕਿ ਇੱਥੇ ਹਰ ਸਾਲ ਕੁਝ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਕੁਝ ਨਿਯਮ ਜਿਹੜੇ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਹਨ, ਉਸ ਦੇ ਵਿੱਚ ਤਬਦੀਲੀ ਕੀਤੀ ਜਾਂਦੀ ਹੈ। ਕਿਊਬੈਕ ਵੱਲੋਂ 2021 ਦੇ ਇਮੀਗ੍ਰੇਸ਼ਨ ਨਿਯਮਾਂ ਨੂੰ ਹੁਣ ਬਦਲਿਆ ਗਿਆ ਹੈ। ਜਨਵਰੀ 1, 2021 ਤੋਂ ਕਿਊਬੈਕ ਨੇ ਆਪਣੀ ਇਮੀਗ੍ਰੇਸ਼ਨ ਪ੍ਰੋਸੈਸਿੰਗ ਫੀਸ ਨੂੰ ਵਧਾ ਦਿੱਤਾ ਹੈ। ਇਹ ਤਬਦੀਲੀ ਹਰ ਸਾਲ ਕੁਝ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਕੀਤੀ ਜਾਂਦੀ ਹੈ। ਇਸ ਦੇ ਮੁਤਾਬਕ ਜੋ ਸਕਿਲਡ ਵਰਕਰਸ ਦੇ ਲਈ ਫੀਸ ਹੈ, ਉਸ ਨੂੰ $812 ਤੋਂ ਵਧਾ ਕੇ $822 ਕਰ ਦਿੱਤਾ ਗਿਆ ਹੈ। ਪਰਮਾਨੈਂਟ ਜੌਬ ਆਫਰ ਦੇ ਲਈ $202 ਤੋਂ $205 ਕਰ ਦਿੱਤੀ ਗਈ ਹੈ। ਬਿਜ਼ਨਸ ਇਮੀਗ੍ਰੇਸ਼ਨ ਐਪਲੀਕੈਂਟਸ ਦੇ ਲਈ $15,763 ਤੋਂ $15,962 ਕਰ ਦਿੱਤਾ ਗਿਆ ਹੈ ਅਤੇ $10,993 ਤੋਂ $1,113 ਕੀਤੀ ਗਈ ਹੈ। ਟੈਂਪਰੇਰੀ ਵਰਕਰਸ ਦੇ ਲਈ ਫੋਰਨ ਸਟੂਡੈਂਟਸ ਐਪਲੀਕੇਸ਼ਨ ਦੇ ਲਈ ਫੀਸ ਨੂੰ $202 ਤੋਂ $205 ਕਰ ਦਿੱਤਾ ਗਿਆ ਹੈ। ਕੰਪੈਰੀਟਿਵ ਅਸੈਸਮੈਂਟਸ ਫॉर ਸਟੱਡੀਜ਼ ਆਊਟਸਾਈਡ ਕਿਊਬੈਕ ਦੇ ਲਈ $121 ਤੋਂ $123 ਤੱਕ ਦੀ ਫੀਸ ਵਧਾਈ ਗਈ ਹੈ। ਹਰ ਸਾਲ ਕਿਊਬੈਕ ਵੱਲੋਂ ਆਪਣੀ ਇਮੀਗ੍ਰੇਸ਼ਨ ਨਿਯਮਾਂ ਦੇ ਵਿੱਚ ਕੁਝ ਨਾ ਕੁਝ ਬਦਲਾਅ ਕੀਤਾ ਜਾਂਦਾ ਹੈ। ਇਸ ਵਾਰ ਇਸ ਤਹਿਤ ਇਮੀਗ੍ਰੇਸ਼ਨ ਪ੍ਰੋਸੈਸਿੰਗ ਫੀਸ ਦੇ ਵਿੱਚ ਵਾਧਾ ਕੀਤਾ ਗਿਆ ਹੈ। ਕੱਚਿਆਂ ਦੇ ਵਾਸਤੇ ਇੱਕ ਸੁਨਹਿਰੀ ਮੌਕਾ ਹੈ। ਜੋ ਲੋਕ ਜਾਣੀ ਕੈਨੇਡਾ ਦੇ ਵਿੱਚ ਕੱਚੇ ਹਨ, ਉਹ ਹੁਣ ਆਪਣੀ ਉੱਥੇ ਰਹਿਣ ਦੀ ਮਿਆਦ ਨੂੰ ਵਧਾ ਸਕਦੇ ਹਨ। ਪਹਿਲਾਂ ਇਸ ਦੀ ਜੋ ਤਰੀਕ ਐਲਾਨੀ ਗਈ ਸੀ, ਸਿਰਫ ਉਦੋਂ ਤੱਕ ਆਪਣੀਆਂ ਅਰਜ਼ੀਆਂ ਦੇ ਸਕਦੇ ਸੀ, ਉਸ ਨੂੰ ਅੱਗੇ ਵਧਾਇਆ ਗਿਆ ਹੈ। ਉਸ ਦੇ ਲਈ ਤੁਹਾਨੂੰ ਇੱਕ ਖਬਰ ਦੇਖਣੀ ਹੋਵੇਗੀ। ਜਿਹੜੇ ਕੈਨੇਡਾ ਦੇ ਵਿੱਚ ਕੱਚੇ ਹਨ, ਉਹਨਾਂ ਕੋਲ ਪੱਕੇ ਹੋਣ ਦਾ ਇੱਕ ਹੋਰ ਮੌਕਾ ਹੈ। ਜੀ ਹਾਂ, ਕੈਨੇਡਾ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ ਟੈਂਪਰੇਰੀ ਰੈਜ਼ੀਡੈਂਟਸ ਨੂੰ ਮੌਕਾ ਦਿੱਤਾ ਜਾ ਰਿਹਾ ਹੈ ਕਿ ਉਹ ਕੈਨੇਡਾ ਦੇ ਵਿੱਚ ਆਪਣੀ ਸਟੇ ਵਧਾ ਸਕਦੇ ਹਨ।
ਜਿਹੜੇ ਟੈਂਪਰੇਰੀ ਰੈਜ਼ੀਡੈਂਸ ਦਾ ਸਟੇਟਸ ਦੀ ਮਿਆਦ 31 ਮਈ 2021 ਤੱਕ ਜਾਂ ਇਸ ਤੋਂ ਪਹਿਲਾਂ ਖਤਮ ਹੋਣੀ ਹੈ, ਹੁਣ ਉਹਨਾਂ ਕੋਲ ਅਪਲਾਈ ਕਰਨ ਦਾ 31 ਅਗਸਤ 2021 ਤੱਕ ਦਾ ਸਮਾਂ ਹੈ। ਇਹ ਸਾਰੀ ਜਾਣਕਾਰੀ ਕੈਨੇਡੀਅਨ ਗਵਰਨਮੈਂਟ ਵੈਬ ਪੇਜ ਦੇ ਉੱਪਰ ਸਾਂਝੀ ਕੀਤੀ ਗਈ ਹੈ। ਪਹਿਲਾਂ ਆਪਣੇ ਸਟੇਟਸ ਨੂੰ ਵਧਾਉਣ ਵਾਸਤੇ ਅਪਲਾਈ ਕਰਨ ਦੀ ਆਖਰੀ ਤਾਰੀਖ ਦਸੰਬਰ 21, 2020 ਸੀ। ਇਸ ਦਾ ਅਸਰ ਉਹਨਾਂ ਕੰਮ ਕਰਨ ਵਾਲਿਆਂ, ਵਿਦਿਆਰਥੀਆਂ ਅਤੇ ਵਿਜ਼ਿਟਰਸ ਦੇ ਉੱਪਰ ਪਏਗਾ ਜਿਨ੍ਹਾਂ ਦਾ ਸਟੇਟਸ ਐਕਸਪਾਇਰ ਯਾਨੀ ਕਿ ਖਤਮ ਹੋਣ ਜਾ ਰਿਹਾ ਹੈ। ਆਮ ਤੌਰ ਦੇ ਉੱਪਰ ਆਪਣੇ ਸਟੇਟਸ ਨੂੰ ਰੀਸਟੋਰ ਕਰਨ ਦੇ ਲਈ 90 ਦਿਨਾਂ ਦਾ ਸਮਾਂ ਹੁੰਦਾ ਹੈ, ਪਰ ਇਸ ਵਾਰ ਕਰੋਨਾ ਦੇ ਹਾਲਾਤਾਂ ਨੂੰ ਦੇਖਦਿਆਂ ਢਿੱਲ ਦਿੱਤੀ ਗਈ, ਜਿਸ ਦਾ ਮਤਲਬ ਹੈ ਕਿ ਅਰਜ਼ੀਆਂ ਭੇਜਣ ਦੇ ਲਈ ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਸ ਪਾਲਿਸੀ ਦੇ ਤਹਿਤ ਅਪਲਾਈ ਕਰਨ ਵਾਲੇ ਕੋਲ 30 ਜਨਵਰੀ 2020 ਅਤੇ 31 ਮਈ 2021 ਦੌਰਾਨ ਦਾ ਵੈਲਿਡ ਸਟੇਟਸ ਹੋਣਾ ਚਾਹੀਦਾ ਹੈ। ਅਪਲਾਈ ਕਰਨ ਵਾਲਾ ਸ਼ੁਰੂਆਤ ਤੋਂ ਜਾਨੀ ਕੈਨੇਡਾ ਦੇ ਵਿੱਚ ਦਾਖਲ ਹੋਣ ਸਮੇਂ ਤੋਂ ਹੀ ਇੱਥੇ ਰਹਿੰਦਾ ਹੋਣਾ ਚਾਹੀਦਾ ਹੈ ਅਤੇ ਉਸ ਨੂੰ ਐਪਲੀਕੇਸ਼ਨ ਫੀਸ ਵੀ ਦੇਣੀ ਪਵੇਗੀ। ਨਾਲ ਹੀ ਦੱਸ ਦਈਏ ਕਿ ਇਹ ਵਰਕ ਪਰਮਿਟ ਵਾਲਿਆਂ ਦੇ ਉੱਪਰ ਵੀ ਲਾਗੂ ਹੁੰਦਾ ਹੈ। ਕੈਨੇਡਾ ਤੋਂ ਓਨਟਾਰੀਓ ਤੋਂ ਇੱਕ ਦੁੱਖ ਭਰੀ ਖਬਰ ਸਾਹਮਣੇ ਆਈ ਹੈ, ਜਿੱਥੇ ਸੜਕ ਹਾਦਸੇ ਦੇ ਵਿੱਚ ਸੰਗਰੂਰ ਦੇ ਨਾਲ ਸੰਬੰਧਿਤ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਦਰਅਸਲ ਇਸ ਨੌਜਵਾਨ ਦਾ ਨਾਮ ਦੱਸਿਆ ਜਾ ਰਿਹਾ ਮਨਦੀਪ ਸਿੰਘ ਸੋਹੀ, ਉਮਰ 25 ਸਾਲ ਹੈ ਇਸ ਦੀ। ਪਿਛਲੇ ਹੀ ਹਫ਼ਤੇ ਇਸਨੇ ਆਪਣੀ ਪੜ੍ਹਾਈ ਖਤਮ ਕੀਤੀ ਸੀ ਤੇ ਆਪਣੇ ਸਾਥੀ ਦੇ ਨਾਲ ਐਡਮਿੰਟਨ ਜਾ ਰਿਹਾ ਸੀ। ਰਸਤੇ ਦੇ ਵਿੱਚ ਟਰੱਕ ਤੇ ਟ੍ਰੇਲਰ ਦੇ ਨਾਲ ਉਸ ਦੀ ਟੱਕਰ ਹੋਈ ਹੈ, ਜਿਸ ਦੇ ਵਿੱਚ ਉਸ ਦੀ ਮੌਤ ਹੋ ਗਈ ਤੇ ਸਾਥੀ ਜਿਹੜਾ ਹੈ ਉਸ ਨੂੰ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ। ਇਸ ਹਾਦਸੇ ਦਾ ਕਾਰਨ ਭਾਰੀ ਬਰਫ਼ਬਾਰੀ ਦੱਸਿਆ ਗਿਆ ਹੈ। ਇੱਕ ਦੁਖਦਾਈ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ, ਜਿੱਥੇ ਹਾਦਸੇ ਦੇ ਵਿੱਚ ਸੰਗਰੂਰ ਦੇ ਨੌਜਵਾਨ ਦੀ ਮੌਤ ਹੋ ਗਈ। ਇਹ ਘਟਨਾ ਵਾਪਰੀ ਹੈ ਕੈਨੇਡਾ ਦੇ ਸੂਬੇ ਓਨਟਾਰੀਓ ਦੇ ਵਿੱਚ, ਜਿੱਥੇ ਹਾਈਵੇ 17 ਦੇ ਉੱਪਰ ਨਿਪੀਗਨ ਅਤੇ ਥੰਡਰਵੇ ਦੇ ਵਿਚਾਲੇ ਇੱਕ ਕਾਰ ਟ੍ਰੇਲਰ ਦੇ ਵਿੱਚ ਭਿਆਨਕ ਟੱਕਰ ਹੋਈ ਤੇ ਇਸ ਸੜਕ ਹਾਦਸੇ ਦੇ ਵਿੱਚ ਇੱਕ ਪੰਜਾਬੀ ਨੌਜਵਾਨ, ਜਿਸ ਦਾ ਨਾਮ ਮਨਦੀਪ ਸਿੰਘ ਸੋਹੀ ਹੈ, ਉਸ ਦੀ ਮੌਤ ਹੋ ਗਈ। ਇਸ ਨੌਜਵਾਨ ਦੀ ਉਮਰ 25 ਸਾਲ ਦੱਸੀ ਗਈ ਹੈ, ਜਦਕਿ ਉਸ ਦੇ ਨਾਲ ਦਾ ਦੂਜਾ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ। ਇਹ ਜਾਣਕਾਰੀ ਮਿਲੀ ਹੈ। ਜਿਸ ਨੌਜਵਾਨ ਦੀ ਇਸ ਹਾਦਸੇ ਦੇ ਵਿੱਚ ਮੌਤ ਹੋਈ ਹੈ, ਜਾਣੀ ਕਿ ਮਨਦੀਪ ਸਿੰਘ ਸੋਹੀ, 2 ਸਾਲ ਪਹਿਲਾਂ ਸਟੂਡੈਂਟ ਵੀਜ਼ੇ ਦੇ ਉੱਪਰ ਕੈਨੇਡਾ ਆਇਆ ਸੀ। ਮਨਦੀਪ ਨੇ ਟੋਰਾਂਟੋ ਤੋਂ ਪਿਛਲੇ ਹਫ਼ਤੇ ਹੀ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਹੁਣ ਉਹ ਐਡਮਿੰਟਨ ਦੇ ਵਿੱਚ ਜਾ ਰਿਹਾ ਸੀ। ਉਹ ਅਤੇ ਉਸ ਦਾ ਦੋਸਤ ਟੋਰਾਂਟੋ ਤੋਂ ਐਡਮਿੰਟਨ ਜਾ ਰਹੇ ਸਨ ਅਤੇ ਉਹਨਾਂ ਦੀ ਕਾਰ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਟ੍ਰੇਲਰ ਦੇ ਨਾਲ ਟਕਰਾ ਗਈ। ਇਸ ਹਾਦਸੇ ਦਾ ਕਾਰਨ ਭਾਰੀ ਬਰਫ਼ਬਾਰੀ ਦੱਸਿਆ ਜਾ ਰਿਹਾ ਹੈ। ਹਾਦਸੇ ਦੇ ਵਿੱਚ ਮਨਦੀਪ ਸੋਹੀ ਦੀ ਮੌਕੇ ਦੇ ਉੱਪਰ ਮੌਤ ਹੋ ਗਈ। ਮਨਦੀਪ ਦੀ ਮ੍ਰਿਤਕ ਦੇ ਪੰਜਾਬ ਭੇਜਣ ਦੇ ਲਈ ਪੰਜਾਬੀ ਭਾਈਚਾਰੇ ਵੱਲੋਂ ਮਦਦ ਕੀਤੀ ਜਾ ਰਹੀ ਹੈ। ਪੰਜਾਬੀ ਭਾਈਚਾਰੇ ਨੇ ਅਪੀਲ ਕੀਤੀ ਹੈ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਉਸ ਦੀ ਮ੍ਰਿਤਕ ਦੇ ਪੰਜਾਬ ਭੇਜਣ ਦੇ ਲਈ ਬਣਦਾ ਯੋਗਦਾਨ ਜ਼ਰੂਰ ਪਾਇਆ ਜਾਵੇ। ਬ੍ਰਿਟੇਨ ਦੇ ਵਿੱਚ ਕੋਵਿਡ-19 ਦਾ ਨਵਾਂ ਸਟ੍ਰੇਨ ਮਿਲਿਆ ਸੀ, ਜਿਸ ਤੋਂ ਬਾਅਦ ਦੇਸ਼ਾਂ ਨੇ ਕਾਰਵਾਈ ਕਰਦਿਆਂ ਉਡਾਨਾਂ ਦੇ ਉੱਪਰ ਬ੍ਰਿਟੇਨ ਦੇ ਨਾਲ ਰੋਕ ਲਗਾ ਦਿੱਤੀ ਸੀ। ਭਾਰਤ ਵੱਲੋਂ ਇਹਨਾਂ ਉਡਾਨਾਂ ਨੂੰ 7 ਜਨਵਰੀ ਤੱਕ ਰੱਦ ਕੀਤਾ ਗਿਆ ਸੀ, ਪਰ ਹੁਣ ਇਸ ਦੇ ਨਾਲ ਸੰਬੰਧਿਤ ਵੱਡੀ ਅਪਡੇਟ ਸਾਹਮਣੇ ਆਈ ਹੈ। DGCA ਨੇ ਇਸ ਦੀ ਅਪਡੇਟ ਸਾਂਝੀ ਕਰਦਿਆਂ ਦੱਸਿਆ ਕਿ 8 ਜਨਵਰੀ ਤੋਂ ਫਿਰ ਤੋਂ ਬ੍ਰਿਟੇਨ ਦੇ ਨਾਲ ਭਾਰਤ ਵੱਲੋਂ ਉਡਾਨਾਂ ਚਲਾਈਆਂ ਜਾ ਰਹੀਆਂ ਨੇ। ਬ੍ਰਿਟੇਨ ਦੇ ਵਿੱਚ ਕੋਵਿਡ-19 ਦਾ ਨਵਾਂ ਸਟ੍ਰੇਨ ਮਿਲਣ ਤੋਂ ਬਾਅਦ ਬਾਕੀ ਦੇਸ਼ਾਂ ਵੱਲੋਂ ਕਾਰਵਾਈ ਕਰਦਿਆਂ ਬ੍ਰਿਟੇਨ ਦੇ ਨਾਲ ਉਡਾਨਾਂ ਦੇ ਉੱਪਰ ਰੋਕ ਲਗਾ ਦਿੱਤੀ। ਬ੍ਰਿਟੇਨ ਦੇ ਨਾਲ ਭਾਰਤ ਵੱਲੋਂ ਉਡਾਨਾਂ ਦੇ ਬਾਰੇ ਵਿੱਚ ਅਪਡੇਟ ਸਾਹਮਣੇ ਆਈ ਹੈ, ਜਿੱਥੇ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਕਿ ਭਾਰਤ ਅਤੇ ਬ੍ਰਿਟੇਨ ਵਿਚਕਾਰ ਉਡਾਨਾਂ ਨੂੰ 8 ਜਨਵਰੀ 2021 ਤੋਂ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ 22 ਦਸੰਬਰ ਤੋਂ ਬ੍ਰਿਟੇਨ ਤੋਂ ਆਉਣ ਵਾਲੀਆਂ ਸਾਰੀਆਂ ਉਡਾਨਾਂ ਦੇ ਉੱਪਰ ਭਾਰਤ ਨੇ ਪਾਬੰਦੀ ਲਗਾ ਦਿੱਤੀ ਸੀ ਤੇ ਨਾਲ ਹੀ ਦੇਸ਼ਾਂ ਤੋਂ UK ਜਾਣ ਵਾਲੀਆਂ ਉਡਾਨਾਂ ਦੇ ਉੱਪਰ ਵੀ ਰੋਕ ਲਗਾ ਦਿੱਤੀ ਸੀ। ਹਾਲ ਹੀ ਦੇ ਵਿੱਚ ਸਰਕਾਰ ਨੇ ਇਸ ਪਾਬੰਦੀ ਨੂੰ 7 ਜਨਵਰੀ 2021 ਤੱਕ ਵਧਾ ਦਿੱਤਾ ਸੀ। ਭਾਰਤ ਤੋਂ ਇਲਾਵਾ ਫਰਾਂਸ, ਜਰਮਨੀ, ਨੀਦਰਲੈਂਡ ਸਣੇ ਕਈ ਯੂਰਪੀ ਦੇਸ਼ਾਂ ਨੇ ਵੀ ਬ੍ਰਿਟੇਨ ਦੇ ਨਾਲ ਹਵਾਈ ਯਾਤਰਾ ਤੇ ਪਾਬੰਦੀ ਲਗਾ ਦਿੱਤੀ ਸੀ। ਨਾਰਵੇ ਨੈਗੇਟਿਵ ਰਿਪੋਰਟ ਲਾਜ਼ਮੀ ਕਰਨ ਦੇ ਨਾਲ 2 ਜਨਵਰੀ ਤੋਂ ਪਾਬੰਦੀ ਹਟਾ ਦਿੱਤੀ ਜਾਵੇਗੀ। ਹਰਦੀਪ ਪੁਰੀ ਨੇ ਦੱਸਿਆ ਹੈ ਕਿ 23 ਜਨਵਰੀ ਤੱਕ ਹਰ ਹਫ਼ਤੇ ਭਾਰਤ ਅਤੇ UK ਵਿਚਕਾਰ 15-15 ਉਡਾਨਾਂ ਦੇ ਆਉਣ ਜਾਣ ਦੀ ਇਜਾਜ਼ਤ ਹੋਵੇਗੀ। ਭਾਰਤ ਦੇ ਵਿੱਚ ਇਹ ਉਡਾਨਾਂ ਸਿਰਫ ਦਿੱਲੀ, ਮੁੰਬਈ, ਬੈਂਗਲੁਰੂ, ਹੈਦਰਾਬਾਦ ਤੋਂ ਚੱਲਣਗੀਆਂ ਅਤੇ ਉਤਰਨਗੀਆਂ। ਨਾਲ ਹੀ ਉਹਨਾਂ ਕਿਹਾ ਕਿ ਇਸ ਬਾਰੇ DGCA ਵੱਲੋਂ ਜਲਦ ਹੀ ਵਿਸਥਾਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਸ ਅਪਡੇਟ ਦੀ ਜਾਣਕਾਰੀ ਹਰਦੀਪ ਪੁਰੀ ਵੱਲੋਂ ਟਵਿੱਟਰ ਦੇ ਉੱਪਰ ਟਵੀਟ ਕਰਕੇ ਦਿੱਤੀ ਗਈ। ਅਮਰੀਕਾ ਜਾਣ ਵਾਲਿਆਂ ਨੂੰ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਹੈ। ਵਰਕ ਵੀਜ਼ੇ ਦੇ ਉੱਪਰ ਉਹਨਾਂ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਇਹ ਰੋਕ ਕਦੋਂ ਤੱਕ ਲਗਾਈ ਗਈ ਹੈ ਤੇ ਕਿਹਨਾਂ ਦੇ ਉੱਪਰ ਇਹ ਲਾਗੂ ਹੋਵੇਗੀ।
ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਵੇਂ ਸਾਲ ਮੌਕੇ ਅਮਰੀਕਾ ਜਾਣ ਵਾਲਿਆਂ ਨੂੰ ਵੱਡਾ ਝਟਕਾ ਦਿੱਤਾ ਹੈ। ਉਹਨਾਂ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਕੁਝ ਵਰਕ ਵੀਜ਼ਿਆਂ ਦੇ ਉੱਪਰ ਪਹਿਲਾਂ ਤੋਂ ਲਾਗੂ ਪਾਬੰਦੀਆਂ ਨੂੰ 3 ਮਹੀਨੇ ਦੇ ਲਈ ਹੋਰ ਵਧਾ ਦਿੱਤਾ ਹੈ। ਹੁਣ ਇਹ ਪਾਬੰਦੀਆਂ 31 ਮਾਰਚ ਤੱਕ ਜਾਰੀ ਰਹਿਣਗੀਆਂ। ਅਮਰੀਕਾ ਦੇ ਵਿੱਚ ਕੰਮ ਕਰਨ ਦੇ ਲਈ ਵਿਦੇਸ਼ਾਂ ਵਿੱਚ ਲੋਕਾਂ ਵੱਲੋਂ ਵਰਤੇ ਜਾਣ ਵਾਲੇ ਕਈ ਅਸਥਾਈ ਵੀਜ਼ਿਆਂ ਉੱਪਰ ਰੋਕ ਲਗਾ ਦਿੱਤੀ ਗਈ ਹੈ। ਇਹਨਾਂ ਦੇ ਵਿੱਚ H1B ਵੀਜ਼ਾ ਸ਼ਾਮਿਲ ਹੈ, ਜੋ ਤਕਨੀਕ ਖੇਤਰ ਦੇ ਵਿੱਚ ਹਰਮਨ ਪਿਆਰਾ ਹੈ। ਇਸ ਤੋਂ ਇਲਾਵਾ ਗੈਰ ਖੇਤੀ ਮੌਸਮੀ ਕਾਮਿਆਂ ਦੇ ਲਈ H2B ਵੀਜ਼ੇ ਉੱਪਰ ਪਾਬੰਦੀ ਹੈ। ਥੋੜੀ ਦੇਰ ਵਾਸਤੇ ਕੰਮ ਲਈ ਜਾਰੀ ਹੋਣ ਵਾਲਾ J1 ਵੀਜ਼ਾ ਅਤੇ H1B ਅਤੇ H2B ਵੀਜ਼ੇ ਧਾਰਕਾਂ ਦੇ ਜੀਵਨ ਸਾਥੀਆਂ ਦੇ ਲਈ ਵੀ ਵੀਜ਼ੇ ਉੱਪਰ ਰੋਕ ਲਗਾ ਦਿੱਤੀ ਹੈ। ਟਰੰਪ ਨੇ ਐਲਾਨ ਦੇ ਵਿੱਚ ਕਿਹਾ ਹੈ ਕਿ ਅਮਰੀਕੀ ਲੇਬਰ ਮਾਰਕੀਟ ਅਤੇ ਅਮਰੀਕਨਸ ਦੀ ਸਿਹਤ ਉੱਤੇ ਕੋਰੋਨਾ ਦਾ ਅਸਰ ਚਿੰਤਾ ਦਾ ਵਿਸ਼ਾ ਹੈ। ਇਸ ਦੇ ਵਿੱਚ ਬੇਰੁਜ਼ਗਾਰੀ ਦੀ ਦਰ, ਸੂਬਿਆਂ ਦੇ ਵੱਲੋਂ ਲਾਗੂ ਕਾਰੋਬਾਰਾਂ ਦੇ ਉੱਪਰ ਮਹਾਮਾਰੀ ਦੇ ਨਾਲ ਸੰਬੰਧਿਤ ਪਾਬੰਦੀਆਂ ਤੇ ਪਿਛਲੇ ਸਾਲ ਜੂਨ ਮਹੀਨੇ ਤੋਂ ਵਾਇਰਸ ਦੇ ਵਾਧੇ ਨੂੰ ਕਾਰਨ ਦੱਸਿਆ ਗਿਆ। ਕੰਪਨੀਆਂ ਦੇ ਅਮਰੀਕਾ ਦੇ ਵਿੱਚ ਮੁਲਾਜ਼ਮਾਂ ਨੂੰ ਟ੍ਰਾਂਸਫਰ ਕੀਤੇ ਜਾਣ ਵਾਲਾ L ਵੀਜ਼ਾ, ਉਸ ਦੇ ਉੱਪਰ ਵੀ ਪਾਬੰਦੀ ਲਾਗੂ ਹੈ। ਇਹ ਪਾਬੰਦੀ 31 ਮਾਰਚ 2021 ਨੂੰ ਖਤਮ ਹੋਣੀ ਹੈ। ਲੋੜ ਪੈਣ ਉੱਤੇ ਇਹਨਾਂ ਨੂੰ ਅੱਗੇ ਵੀ ਜਾਰੀ ਰੱਖਿਆ ਜਾ ਸਕਦਾ ਹੈ। ਸਰਕਾਰੀ ਸੂਤਰਾਂ ਦੇ ਮੁਤਾਬਕ ਅਮਰੀਕੀ ਅਰਥ ਵਿਵਸਥਾ ਜਾਣੀ ਕਿ ਇਕਨੋਮੀ ਹਾਲੇ ਤੱਕ ਪੈਂਡੇਮਿਕ ਦੇ ਝਟਕੇ ਚੋਂ ਨਿਕਲ ਨਹੀਂ ਸਕੀ। 20 ਜਨਵਰੀ ਨੂੰ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਸਹੁੰ ਚੁੱਕਣਗੇ। ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਹ ਟਰੰਪ ਦੀਆਂ ਇਮੀਗ੍ਰੇਸ਼ਨ ਨੀਤੀਆਂ ਰੱਦ ਕਰਨਗੇ। ਹੁਣ ਦੇਖਣਾ ਹੋਵੇਗਾ ਕਿ ਉਹਨਾਂ ਵੱਲੋਂ ਕੀ ਫੈਸਲਾ ਲਿਆ ਜਾਵੇਗਾ। ਨਵੇਂ ਸਾਲ ਦੇ ਮੌਕੇ ਦੇ ਉੱਪਰ ਇੱਕ ਪੁਲਿਸ ਅਫਸਰ ਦਾ ਮਰਡਰ ਕੀਤਾ ਗਿਆ ਹੈ ਤੇ ਪੁਲਿਸ ਵੱਲੋਂ ਜਾਣਕਾਰੀ ਦਿੰਦਿਆਂ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਉਹਨਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ। ਦੱਸਿਆ ਕਿ 2 ਨਾਬਾਲਗ ਇਸ ਦੇ ਵਿੱਚ ਚਾਰਜ ਕੀਤੇ ਗਏ ਹਨ। ਇਹਨਾਂ ਦੀਆਂ ਤਸਵੀਰਾਂ ਵੀ ਪੁਲਿਸ ਵੱਲੋਂ ਸਾਂਝੀਆਂ ਕੀਤੀਆਂ ਗਈਆਂ, ਜਿਹੜੇ ਕਿ ਇਸ ਮਾਮਲੇ ਦੇ ਵਿੱਚ ਹੁਣ ਵਾਂਟਡ ਹਨ। ਸੋ ਜਾਣਕਾਰੀ ਪੂਰੀ ਤੁਹਾਨੂੰ ਦੇਵਾਂਗੇ ਇਸ ਖਬਰ ਦੇ ਵਿੱਚ। ਕੈਲਗਰੀ ਪੁਲਿਸ ਆਫੀਸਰ ਦੇ ਕਤਲ ਦੇ ਮਾਮਲੇ ਦੇ ਵਿੱਚ ਪੁਲਿਸ 2 ਟੀਨੇਜਰਸ ਦੀ ਭਾਲ ਕਰ ਰਹੀ ਹੈ। ਨਵੇਂ ਸਾਲ ਦੇ ਮੌਕੇ ਪੁਲਿਸ ਆਫੀਸਰ ਦਾ ਮਰਡਰ ਕੀਤਾ ਗਿਆ, ਜਿਸ ਦੇ ਕਾਰਨ 2 ਟੀਨੇਜਰਸ ਦੇ ਉੱਪਰ ਚਾਰਜ ਲਗਾਇਆ ਗਿਆ ਹੈ। ਇਹ ਮਰਡਰ ਟ੍ਰੈਫਿਕ ਸਟਾਪ ਤੇ ਕੀਤਾ ਗਿਆ। ਪੁਲਿਸ ਵੱਲੋਂ ਨਿਊਜ਼ ਰਿਲੀਜ਼ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਮਰਨ ਵਾਲੇ ਆਫੀਸਰ ਦਾ ਨਾਮ ਹੈਨਟ ਹੈ, ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਅਤੇ ਉਸ ਦੀ ਮੌਤ ਹੋ ਗਈ। 19 ਸਾਲਾ ਆਮਿਰ ਅਬਦੁਲ ਰਹਿਮਾਨ ਅਤੇ 17 ਸਾਲਾ ਅਲ ਅਜ਼ਾਨ ਸ਼ਾਹ ਇਸ ਮਾਮਲੇ ਦੇ ਵਿੱਚ ਵਾਂਟਡ ਹਨ। ਇਹਨਾਂ ਦੋਹਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ। ਪੁਲਿਸ ਦਾ ਮੰਨਣਾ ਹੈ ਕਿ ਸ਼ਾਹ ਇਸ ਵਾਹਨ ਨੂੰ ਚਲਾ ਰਿਹਾ ਸੀ ਤੇ ਅਬਦੁਲ ਰਹਿਮਾਨ ਨਾਲ ਬੈਠਾ ਹੋਇਆ ਸੀ। That I stand before you today to talk about the tragic loss of a member of our police family. This is an announcement that no chief of police ever wants to make. But because of some senseless criminal actions, our service and our community is mourning on this first day of 2021. More importantly, a family has lost a son, a sibling has lost a brother, a spouse has lost a partner, and many, many members of our service have lost a really good friend. We've all lost Sergeant Andrew Harnett. Andrew was 37. He was a 12-year member of the CPS who joined us after having served 2.5 years in the military as a military police officer. We're still trying to make sense of exactly what happened, but here's what I can tell you thus far. At approximately 10:50 last night, Sergeant Harnett was conducting a traffic stop in the community of Falcon Ridge. During the stop, the vehicle fled, striking and dragging Andrew along the street. We believe that another vehicle that was not connected to the original traffic stop, not connected to any of the individuals involved, was also involved in the collision. That vehicle did remain on scene, and that driver is helping us with our investigation. Nearby officers rendered first aid as quickly as they possibly could, while EMS and members of the Calgary Fire Department rushed to their side. Sadly, despite everybody's best and most valiant efforts, they were unable to save him, and he died shortly thereafter. From the moment this incident became known and through until right now, significant efforts have been underway to locate the driver, passenger, and the vehicle that struck Andrew and then failed to stop. Warrants have now been issued for the arrest of 2 individuals, as outlined in a news release that we sent out earlier this morning. I want to acknowledge that part of the reason we've been able to progress this investigation as quickly as we have
was as a direct result of some exceptional police work done by Andrew prior to his death. He is helping us solve this and bring those responsible to justice. His commitment to policing and to his community right up until his very last moments are a testament to his dedication to the community and to service as displayed throughout the whole of his career. His commitment to policing and to his community right up until his very last moments are a testament to his dedication to the community and to service as displayed throughout the whole of his career. We have mobilized our Tactical Operations Center, and our homicide unit is leading this investigation. They have the support of many areas within our service, including our traffic section, our IDEN section, our frontline members. We do ask anybody who witnessed anything, the collision, anything suspicious or amiss or unusual activity in the vicinity of Falcon Ridge Boulevard and Falcon Ridge Drive Northeast last night, to please call us. Please don't assume that what you witnessed has already been reported or perhaps that it may be insignificant. Please pick up the phone. Equally, if you know the whereabouts of the individuals that we've identified and whom we're seeking, please come forward with that information. ਸੋ ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕੈਨੇਡਾ ਆਉਣ ਤੇ ਦਿਖਾਉਣਾ ਪਵੇਗਾ ਕਰੋਨਾ ਟੈਸਟ, 7 ਜਨਵਰੀ ਤੋਂ ਹੋਣਗੇ ਨਿਯਮ ਲਾਗੂ। ਨਵੇਂ ਸਾਲ ਮੌਕੇ ਪੁਲਿਸ ਅਫਸਰ ਦਾ ਕਤਲ, ਪੁਲਿਸ ਨੇ ਕੀਤਾ 2 ਨਾਬਾਲਗਾਂ ਨੂੰ ਚਾਰਜ। ਟਰੰਪ ਦਾ ਅਮਰੀਕਾ ਜਾਣ ਵਾਲਿਆਂ ਨੂੰ ਝਟਕਾ, ਵਰਕ ਵੀਜ਼ਾ ਤੇ ਟਰੰਪ ਨੇ ਲਾਈ ਪਾਬੰਦੀ। ਕੱਚਿਆਂ ਦੇ ਲਈ ਕੈਨੇਡਾ ਦੇ ਵਿੱਚ ਪੱਕੇ ਹੋਣ ਦਾ ਮੌਕਾ, ਹੁਣ ਵਧਾ ਸਕਦੇ ਹੋ ਰਹਿਣ ਦੀ ਮਿਆਦ। ਅਮਰੀਕਾ ਦੇ ਵਿੱਚ ਨਵਾਂ ਸਾਲ ਕਿਸਾਨਾਂ ਦੇ ਨਾਮ, ਇੱਥੇ ਗੋਰੇ ਵੀ ਆਏ ਕਿਸਾਨਾਂ ਦੇ ਹੱਕ ਦੇ ਵਿੱਚ। ਟਿਮ ਹਾਰਟਨ ਗ੍ਰਾਹਕਾਂ ਨੇ ਕੰਮ ਕਰਨ ਵਾਲੇ ਦੇ ਲਈ ਕੀਤਾ ਕੁਝ ਖਾਸ, ਹੁਣ ਫੰਡ ਜਮ੍ਹਾਂ ਕਰ ਉਸ ਨੂੰ ਭੇਜਣਗੇ ਸਕੂਲ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।